ਸਤਿ ਸ਼੍ਰੀ ਅਕਾਲ। ਸੂਬੇ ਦੀਆਂ ਪ੍ਰਮੁੱਖ ਸਿਆਸੀ ਖਬਰਾਂ ਦੇ ਇਸ ਖਾਸ ਪ੍ਰੋਗਰਾਮ ਖਬਰ ਪੜਤਾਲ ਦੇ ਵਿੱਚ ਤੁਹਾਡਾ ਸਵਾਗਤ ਹੈ। ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਅਹਿਮ ਸਵਾਲਾਂ ਦੇ ਉੱਪਰ ਖਬਰਾਂ ਦੀ ਪੜਤਾਲ ਸਾਡੇ ਨਾਲ ਕਰਨਗੇ। ਸਭ ਤੋਂ ਪਹਿਲਾਂ ਡੱਲਾ ਜੀ ਦਾ ਸਵਾਗਤ ਕਰਦੇ ਹਾਂ ਤੇ ਫਿਰ ਸਵਾਲਾਂ ਦਾ ਸਿਲਸਿਲਾ ਜਿਹੜਾ ਆਪਾਂ ਅੱਗੇ ਵਧਾਉਂਦੇ ਹਾਂ। ਡੱਲਾ ਜੀ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਮਨਦੀਪ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਧੰਨਵਾਦ। ਸੰਗਰੂਰ ਜ਼ਿਮਨੀ ਚੋਣਾਂ ਤੋਂ ਠੀਕ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਇੱਕ ਹੋਰ ਸਰਜੀਕਲ ਸਟ੍ਰਾਈਕ ਕਰ ਦਿੱਤੀ ਹੈ। ਡੱਲਾ ਜੀ, ਤੁਹਾਨੂੰ ਕੀ ਲੱਗਦਾ ਕਿ ਸਿੰਚਾਈ ਘੁਟਾਲੇ ਦੇ ਵਿੱਚ ਸਰਕਾਰ ਵਿਜੀਲੈਂਸ ਬਿਊਰੋ ਨੂੰ ਪ੍ਰਵਾਨਗੀ ਦੇ ਦੇਗੀ? ਇਹ ਪੂਰਾ ਮਾਮਲਾ ਕੀ ਹੈ? ਦੇਖੋ, ਦੋ ਵੱਡੇ ਮਾਮਲੇ ਨੇ। ਇੱਕ ਤਾਂ ਸਿੰਚਾਈ ਘੁਟਾਲਾ ਔਰ ਦੂਸਰਾ ਹੈ ਭਗਵੰਤ ਮਾਨ ਦੀ ਸਰਕਾਰ ਦੀ ਐਂਟੀ ਕਰਪਸ਼ਨ ਬਿਊਰੋ ਹੈਲਪਲਾਈਨ। ਚੋਣ ਪ੍ਰਚਾਰ ਕਿਉਂਕਿ ਖਤਮ ਹੋ ਗਿਆ ਸੀ 21 ਜੂਨ ਨੂੰ ਸ਼ਾਮ ਨੂੰ। ਚੋਣ ਪ੍ਰਚਾਰ ਖਤਮ ਹੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਇੱਕ ਵਾਰੀ ਫੇਰ ਇੱਕ ਸਰਜੀਕਲ ਸਟ੍ਰਾਈਕ ਕੀਤਾ ਸੀ, ਜਿਹਦੇ ਵਿੱਚ ਉਹਨਾਂ ਨੇ ਟਵੀਟ ਕੀਤਾ। ਪੰਜਾਬ ਸਰਕਾਰ ਵੱਲੋਂ ਇਹ ਟਵੀਟ ਕੀਤਾ ਗਿਆ, ਹਾਲਾਂਕਿ ਉਹ ਪੋਲੀਟੀਕਲ ਟਵੀਟ ਨਹੀਂ ਸੀ, ਉਹ ਸਰਕਾਰੀ ਟਵੀਟ ਸੀ, ਲੇਕਿਨ ਉਹਦੇ 'ਚ ਸੰਕੇਤ ਸਾਫ਼ ਸੀ ਵੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਦੱਸਣਾ ਚਾਹੁੰਦੀ ਸੀ ਵੀ ਅਸੀਂ ਕਰਪਸ਼ਨ ਤੇ ਬਹੁਤ ਸਖਤ ਹਾਂ। ਭਗਵੰਤ ਮਾਨ ਇਹ ਸੁਨੇਹਾ ਦੇਣਾ ਚਾਹੁੰਦੇ ਸੀ ਔਰ ਇਹ ਸੁਨੇਹਾ ਸੰਗਰੂਰ ਦੇ ਲੋਕਾਂ ਤੱਕ ਵੀ ਗਿਆ ਹੋਏਗਾ। ਦੇਖੋ, 28 FIRਾਂ ਜਿਹੜੀਆਂ ਉਹ ਦਰਜ ਕੀਤੀਆਂ ਐਂਟੀ ਕਰਪਸ਼ਨ ਹੈਲਪਲਾਈਨ ਨੇ ਔਰ 45 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਸ ਤੋਂ ਪਹਿਲਾਂ ਪੰਜਾਬ ਦੇ ਇਤਿਹਾਸ ਦੇ ਵਿੱਚ ਕਰਪਸ਼ਨ ਦਾ ਜਿਹੜਾ ਆਂਕੜਾ ਹੈ ਉਹ ਇਸ ਤਰੀਕੇ ਨਾਲ ਪੇਸ਼ ਨਹੀਂ ਕੀਤਾ ਗਿਆ। ਇਹ ਰਿਵਾਜ ਪਿਆ ਪਿਛਲੇ ਸਾਲਾਂ 'ਚ ਕਿ ਆਮ ਆਦਮੀ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ ਵੀ ਜਿਹੜੀਆਂ ਵੀ ਇਸ ਤਰੀਕੇ ਦੀਆਂ ਜਿਹੜੀਆਂ ਸਫਲਤਾਵਾਂ ਨੇ ਵੱਖ-ਵੱਖ ਮਹਿਕਮੇ ਦੀਆਂ ਜਾਂ ਸਰਕਾਰ ਦੀਆਂ, ਉਹਨਾਂ ਨੂੰ ਇੱਕ ਉਪਲਬਧੀ ਦੇ ਰੂਪ ਦੇ ਵਿੱਚ ਇਕੱਠੇ ਆਂਕੜੇ ਕਰਕੇ ਪੇਸ਼ ਕਰ ਦਿੱਤਾ ਜਾਂਦਾ ਹੈ ਤਾਂ ਕਿ ਉਹ ਇਸ ਤਰ੍ਹਾਂ ਲੱਗੇ ਕਿ ਬਹੁਤ ਵੱਡੀ ਕਾਰਵਾਈ ਹੋਈ ਹੈ। ਸੋ ਚੋਣ ਪ੍ਰਚਾਰ ਖਤਮ ਹੋਣ ਤੋਂ ਪਹਿਲਾਂ ਮੈਂ ਇਹਨੂੰ ਸਰਜੀਕਲ ਸਟ੍ਰਾਈਕ ਕਹੂੰਗਾ ਕਿ ਉਹਨਾਂ ਨੇ ਇੱਕ ਟਵੀਟ ਹੀ ਕਰਤਾ ਸਰਕਾਰ ਨੇ ਕਿ ਤੁਸੀਂ ਦੇਖੋ ਕਰਪਸ਼ਨ ਦੇ ਖਿਲਾਫ ਜਿਹੜੀ ਸਾਡੀ ਐਂਟੀ ਕਰਪਸ਼ਨ ਬਿਊਰੋ ਹੈ ਕਿੱਡੀ ਸਟਰੋਂਗ ਹੈ ਕਿ ਅਸੀਂ 28 FIR ਦਰਜ ਕੀਤੇ, 45 ਸਰਕਾਰੀ ਅਫਸਰ ਫੜੇ, ਅਫਸਰ ਵੀ ਮੁਲਾਜ਼ਮ ਵੀ, ਔਰ 8 ਹਜੇ ਫਰਾਰ ਹੈ। ਸੋ ਇਹ ਦੂਸਰਾ ਤੁਸੀਂ ਦੇਖੋ, ਵਿਜੀਲੈਂਸ ਮਹਿਕਮੇ ਨੇ ਇੱਕ FIR ਦਰਜ ਕੀਤੀ ਸੀ ਠੇਕੇਦਾਰ ਗੁਰਿੰਦਰ ਸਿੰਘ ਦੇ ਖਿਲਾਫ। ਉਹਦੇ ਵਿੱਚ ਇਹ ਅਗਸਤ 17 2017 ਨੂੰ ਇਹ FIR ਦਰਜ ਹੋਈ ਸੀ ਔਰ ਵਿਜੀਲੈਂਸ ਬਿਊਰੋ ਨੇ FIR ਦਰਜ ਕੀਤੀ ਸੀ। ਤੁਸੀਂ ਦੇਖੋ, ਜਿਹੜੀ ਇੰਨੇ ਸਾਲ ਵਿਜੀਲੈਂਸ ਬਿਊਰੋ ਦੀ ਕਾਰਵਾਈ ਅੱਗੇ ਨਹੀਂ ਵਧੀ। ਚੋਣਾਂ ਦੇ ਖਤਮ ਹੋਣ ਤੋਂ ਪਹਿਲਾਂ, ਜ਼ਿਮਨੀ ਚੋਣ ਦੇ ਪ੍ਰਚਾਰ ਖਤਮ ਹੋਣ ਦੇ ਨੇੜੇ ਇਹ ਵੀ ਗੱਲ ਬਾਹਰ ਆ ਗਈ ਔਰ ਇਹ ਮਾਮਲਾ ਪੂਰਾ ਬਾਹਰ ਆ ਗਿਆ ਕਿ ਪੰਜਾਬ ਦੇ ਮੁੱਖ ਸਕੱਤਰ ਨੂੰ ਵਿਜੀਲੈਂਸ ਬਿਊਰੋ ਪੰਜਾਬ ਨੇ ਹੁਣ ਚਿੱਠੀ ਲਿਖਤੀ ਵੀ ਜਿਹੜਾ ਸਿੰਚਾਈ ਘੁਟਾਲਾ ਸੀ, ਜਿਹਦੇ ਵਿੱਚ ਅਕਾਲੀ ਦਲ ਵੇਲੇ ਦੇ 2 ਮੰਤਰੀਆਂ ਦਾ ਨਾਮ ਬੋਲਦਾ, ਉਸ ਵੇਲੇ ਦੇ ਇੱਕ ਵੱਡੇ ਮੁੱਖ ਸਕੱਤਰ ਪੱਧਰ ਦੇ ਅਫਸਰ ਦਾ ਨਾਮ ਬੋਲਦਾ ਔਰ 2 ਹੋਰ ਵੱਡੇ ਅਫਸਰਾਂ ਦਾ ਨਾਮ ਬੋਲਦਾ, IAS ਅਫਸਰਾਂ ਦਾ, ਜਿਨ੍ਹਾਂ ਦੇ ਵਿੱਚੋਂ ਇੱਕ ਅਫਸਰ ਕਈ ਜ਼ਿਲ੍ਹਿਆਂ 'ਚ DC ਵੀ ਰਿਹਾ ਸੀ ਔਰ ਬਹੁਤ ਮੰਨਿਆ ਪ੍ਰਮੰਨਿਆ DC ਉਹ ਅਫਸਰ ਮੰਨਿਆ ਜਾਂਦਾ ਸੀ। ਕਪੂਰਥਲੇ ਜ਼ਿਲ੍ਹੇ 'ਚ ਵੀ ਉਹ DC ਰਿਹਾ, ਕਈ ਮਹਿਕਮਿਆਂ 'ਚ ਰਿਹਾ। ਹੁਣ ਸਵਾਲ ਇਹ ਹੈ ਕਿ 3 IAS ਅਫਸਰਾਂ ਦੇ ਖਿਲਾਫ ਔਰ 2 ਅਕਾਲੀ ਦਲ ਦੇ ਸਾਬਕਾ ਮੰਤਰੀਆਂ ਦੇ ਖਿਲਾਫ ਵਿਜੀਲੈਂਸ ਬਿਊਰੋ ਨੇ ਮਨਜ਼ੂਰੀ ਮੰਗੀ ਹੈ ਵੀ ਸਾਨੂੰ ਮਨਜ਼ੂਰੀ ਦਿਓ। ਅਸੀਂ ਗੁਰਿੰਦਰ ਸਿੰਘ ਤੋਂ ਜਿਹੜੀ ਪੁੱਛਗਿੱਛ ਕੀਤੀ ਸੀ, ਕਿਉਂਕਿ ਗੁਰਿੰਦਰ ਸਿੰਘ ਨੇ ਨਾਮ ਲਏ ਸੀ। ਦੇਖੋ, ਗੁਰਿੰਦਰ ਸਿੰਘ ਤੋਂ ਜਦੋਂ ਪੁੱਛਿਆ ਗਿਆ, ਉਹਦੇ 'ਤੇ ਕੇਸ ਦਰਜ ਕੀਤਾ ਗਿਆ ਕਰਪਸ਼ਨ ਦਾ, ਤਾਂ ਉਹਨੇ ਦੱਸਿਆ ਕਿ ਮੈਂ ਮੰਤਰੀ ਨੂੰ, ਉਹਨੇ ਕਰੋੜਾਂ ਰੁਪਏ ਦੀ ਅਦਾਇਗੀ ਦੀ ਮਨਦੀਪ ਜੀ ਗੱਲ ਕੀਤੀ ਸੀ। ਉਹਦੇ 'ਚ ਉਹ ਕਹਿੰਦਾ ਪਿਛਲੀ ਸਰਕਾਰ ਦੇ 2 ਮੰਤਰੀ ਸੀ ਅਕਾਲੀ ਦਲ ਦੀ ਸਰਕਾਰ ਦੇ ਔਰ 3 IAS ਅਫਸਰ ਵੱਡੇ, ਜਿਹੜੇ ਵੱਡੀਆਂ ਜ਼ਿੰਮੇਵਾਰੀ ਵਾਲੀਆਂ ਪੋਸਟਾਂ 'ਤੇ ਤੈਨਾਤ ਸੀ, ਇਹਨਾਂ ਮਹਿਕਮਿਆਂ ਨਾਲ ਸੰਬੰਧਿਤ ਸੀ, ਇਰੀਗੇਸ਼ਨ ਨਾਲ, ਸਿੰਚਾਈ ਨਾਲ। ਔਰ ਇਹ ਜਿਹੜੇ ਮੰਤਰੀ ਸੀ, ਇਹਨਾਂ ਦੇ ਅੱਗੇ ਜਿਹੜੇ ਸਹਾਇਕ ਕਹਿ ਲਓ ਜਾਂ ਇਹਨਾਂ ਨਾਲ ਜੁੜੇ ਹੋਏ ਜਿਹੜੇ ਹੋਰ ਇਹਨਾਂ ਦੇ ਅਸਿਸਟੈਂਟ ਕਹਿ ਲਓ, ਉਹ ਜੁੜੇ ਸੀ। ਸੋ ਕਹਿੰਦੇ ਕਰੋੜਾਂ ਰੁਪਏ ਇਹਨਾਂ ਨੂੰ ਰਿਸ਼ਵਤ ਦਿੱਤੀ ਔਰ ਗੁਰਿੰਦਰ ਸਿੰਘ ਤੋਂ ਜਦੋਂ ਬਿਆਨ ਲਏ ਸੀ, ਉਸ ਤੋਂ ਬਾਅਦ ਇਹਨਾਂ ਤੋਂ ਬਿਆਨ ਲਏ ਜਾਣੇ ਸੀ। ਸੋ ਵਿਜੀਲੈਂਸ ਬਿਊਰੋ, ਕੈਪਟਨ ਅਮਰਿੰਦਰ ਦੀ ਸਰਕਾਰ ਲੰਘ ਗਈ, 17 ਤੋਂ ਅਸੀਂ 22 'ਚ ਆ ਗਏ। ਕੈਪਟਨ ਅਮਰਿੰਦਰ ਦੀ ਸਰਕਾਰ ਲੰਘ ਗਈ ਔਰ ਨਵਜੋਤ ਸਿੰਘ ਸਿੱਧੂ ਜਿਹੜੀ ਗੱਲ ਕਹਿੰਦਾ ਸੀ ਕਿ 75-25 ਹੈ, ਉਹ ਤਾਂ ਗੱਲ ਸਾਫ਼ ਹੋ ਗਈ ਨਵਜੋਤ ਸਿੰਘ ਸਿੱਧੂ ਵਾਲੀ ਵੀ ਕੈਪਟਨ ਅਮਰਿੰਦਰ ਕੀ 75-25 'ਚ ਸੀ? ਨਹੀਂ ਤਾਂ ਅੱਜ ਕੈਪਟਨ ਅਮਰਿੰਦਰ ਇਸ ਗੱਲ ਦਾ ਜਵਾਬ ਦੇਵੇ ਕਿ ਵਿਜੀਲੈਂਸ ਬਿਊਰੋ ਨੇ ਜਦੋਂ ਪ੍ਰਵਾਨਗੀ ਮੰਗੀ ਕੈਪਟਨ ਅਮਰਿੰਦਰ ਦੀ ਸਰਕਾਰ ਤੋਂ
कि असी अकाली दल के मंत्रियों के बयान लैने हैं, साबका IAS अफसरां के बयान लैने हैं, तो कैप्टन अमरिंदर के पैर की भार नहीं सी चलते। उंज तो कैप्टन अमरिंदर कहता सी भी मैं एडा जबरदस्त मुख मंत्री हाँ, मेरे हुंदे पंजाब नूं कोई खतरा नहीं। आ करप्शन की घुण कैप्टन अमरिंदर के राज ही सब तो वध पंजाब नूं खाई है। अकाली दल के राज भी अकालियां ने भी खूब करप्शन की। फिर सवाल ये भी खड़ा होंदा है कि जिहड़ा विजिलेंस ब्यूरो कैप्टन अमरिंदर नूं क्लीन चिट देई जांदा है, देखो कैप्टन अमरिंदर नूं चिट्टी चिट देती, साफ चिट, कहंदे ये जमा साफ है कैप्टन अमरिंदर। तो ये मामला जिहदे च पंजाब दा करोड़ां रुपया इन्वैसटीगेट होना चाहिए सी भी की वो करप्शन पंजाब के खजाने नूं लगी है, कि मंत्री पिछले नाल मिले हुए सी अकाली दल वाले, और आउंदे दिनां 'च इन्हां दे नाम भी बाहर आउणगे इन्हां मंत्रियों के, मैनूं लगदा जरूर उन्हां तों पुछगिछ होऊगी। और इसे करके नवजोत सिंह सिद्धू ट्वीट करदा सी, उदों बहुत सारे लोग नवजोत सिंह सिद्धू नूं निंददे सी भी सरकार नूं काम नहीं करन दिंदा। हुण लोकां नूं समझ आउण लग गया होना है भी सरकार काम कर किवें रही सी। सो जो भगवंत मान अज कर रहा है वो वक्त की जरूरत है और किया जाना चाहिए। और ये ठीक है गल कि इनू सर्जिकल स्ट्राइक के तौर पर भी भगवंत मान की सरकार वरत रही है कि चोणों तो पहला विजिलेंस ब्यूरो ने चिट्ठी लिखती, पर ये मामले सच्चे ने, दर्ज ने विजिलेंस ब्यूरो के। इस गल नूं तां झुठलाया नहीं ना जा सकता। दोषी हैगे ने या नहीं हैगे तो अदालतां 'च जदों मामला जाऊगा फिर पता लगूगा। हुण पंजाब के मुख सकत्तर कोले जिहड़ी फाइल चली गई है मनदीप जी, मुख सकत्तर ने विजिलेंस ब्यूरो नूं प्रवानगी देनी। अगर पंजाब की सरकार, देखो मुख सकत्तर आम तौर पर मुख मंत्री की मर्जी बिना अगे नहीं वधदे अजिहे मामलों से। कैप्टन अमरिंदर तो भी पूछा होना उस वेले दे मुख सकत्तरां ने भी विजिलेंस ब्यूरो ने आ सानू चिट्ठी भेजी है जी, जांच करन दी गल करदे आ। उदों ये कह दिता गया कि शायद इहदी लोड़ नहीं, या कहंदे फाइल दब लो। जिवें नवजोत सिंह सिद्धू कहंदा सी कि एक मुख मंत्री हुंदा सूबे 'च जिहदी मर्जी बिना कुछ नहीं हुंदा। नवजोत सिंह सिद्धू कहंदा सी भी मैं वो रिपोर्ट सौंपण गया सी जिन्हां ने कब्जे कीते सी नजायज़, तो कहंदा जिन्हां लोकां नूं मैं रिपोर्ट सौंपी उन्हां दे तां नाम सी रिपोर्ट 'च, उन्हां ने कार्रवाई की करनी सी। सो इस करके हुण जिन्हां लोकां कोलों मंजूरी मंगी गई सी उन्हां लोकां दी 75-25 तां सी। जे 75-25 ना हुंदी मनदीप जी तो कैप्टन अमरिंदर उदों ही मंजूरी दे दिंदा विजिलेंस ब्यूरो नूं। जे कैप्टन अमरिंदर अज भी कोई सफाई अपनी देना चाहण दे सकते हैं भी किहड़ी मजबूरी सी मेरे ते, भी किहड़ा सैकल की चैन च पैर आ गया सी, दस सकते हैं भी क्यों नहीं कार्रवाई हुई। हुण भगवंत मान ने मंजूरी दे देनी। तुसीं आउंदे दिनां च देखियो जिद्दां ही विजिलेंस ब्यूरो नूं मंजूरी मिलू, विजिलेंस ब्यूरो ने सब तो पहलां तां 2 मंत्री चकने पुराने, दोनों मंत्रियों तो पुछगिछ होनी है। गुरिंदर सिंह है ਉਹਦੇ ਬਿਆਨਾਂ ਦੀ ਉਹਨੇ क्योंकि ਕਿਹਾ भी मैं पैसे दिते है, फिर वो पुलिस इन्वैसटीगेट करू भी कि सचमुच गुरिंदर सिंह ने पैसे दिते है या नहीं दिते। देखो ये भी हो सकता है जो गल गुरिंदर सिंह ने विजिलेंस नूं बयानां 'च कही वो पूरी सच ना होवे, पर कुछ तो सच्चाई होगी। ये भी हो सकता है सारे बेदोशे होण, तो जे सारे बेदोशे भी है तो जे थर्मामीटर लावांगे तां ही पता लगूगा ना बुखार है किन्ना। सो जे विजिलेंस ब्यूरो जांच करूगी तां ही पता लगू ना कोई किन्ना क चोर सी ते किन्ना क ईमानदार सी। सो इस करके हुण विजिलेंस ब्यूरो ये भी भगवंत मान सरकार की सर्जिकल स्ट्राइक है। जिमें जिमें नरेंद्र मोदी ने भी जदों सत्ता च आए अन्ना हज़ारे के अंदोलन तो बाद आउंदे ही कई जिहड़े करप्ट अफसर सी, कई लीडर सी वो अंदर दिते सी। सो उस तरह की जिहड़ी स्थिति है हुण वो साडे सामने पंजाब च बनी हुई है। और 3 IAS अफसर जदों उन्हां तों पुछगिछ होणी उन्हां चों मैनूं लगदा वो रिटायरमेंट 2 तो रिटायर हो ही गए, मैनूं पक्का पता है, एक बारे मैं पता करूँगा। तो जिहड़े वो मंत्री से साहबका वो बड़े सरगर्म सी, वो इस बार भी चोण लड़े सी 2022 वाली, दोने जिते नहीं। सो साहबका विधायक हो गए हुण साहबका मंत्री। पर जे मंजूरी भगवंत मान की सरकार तो मिल गई मनदीप जी तो फिर तुरंत उन्हां ते कार्रवाई है, उन्हां तो हिरासती पुछगिछ भी होनी है फिर। और मैनू लगता जिमें आ फूड एंड सिविल सप्लाई वाला साहबका मंत्री अपना चलिया गया सी हाई कोर्ट, ये सिंचाई घोटाले वाले पुराने मंत्री अफसर ये भी मैनू लगता एक अद्धे दिन च हाई कोर्ट चले जाणगे। एक वकील ने बड़े सीनियर पंजाब ते हरियाणा हाई कोर्ट के बलतेज सिंह सिद्धू, वो तो हाई कोर्ट च चले गए भी जिहड़ी पिछली सरकार है वो हाई कोर्ट च चले गए भी इन्हां मंत्रियों ते इन्हां अफसरां ते कार्रवाई की जावे।
ਤੇ ਸਰਕਾਰ ਅਦਾਲਤਾਂ 'ਚ ਭਰੋਸਾ ਦਿੰਦੀ ਰਹੀ ਵੀ ਅਸੀਂ ਜ਼ਰੂਰ ਇਹ ਮਾਮਲੇ ਨੂੰ ਵਿਚਾਰ ਰਹੇ ਹਾਂ, ਇਹਦੇ ਤੇ ਕੋਈ ਨਾ ਕੋਈ ਕਾਰਵਾਈ ਕਰਾਂਗੇ। ਤੇ ਉਹ ਜਿਹੜੇ ਵਕੀਲ ਸਾਹਿਬ ਨੇ ਬਲਤੇਜ ਸਿੰਘ ਸਿੱਧੂ, ਉਹਨਾਂ ਨੇ ਮਾਣਹਾਨੀ ਦਾ ਕੇਸ ਵੀ ਲਾਤਾ ਕਿ ਅਦਾਲਤਾਂ ਦੇ ਵਿੱਚ ਵੀ ਇਹਨਾਂ ਨੇ ਇਹ ਕਹਿ ਕੇ ਕਿ ਅਸੀਂ ਕਾਰਵਾਈ ਕਰਾਂਗੇ, ਬਾਅਦ ਦੇ ਵਿੱਚ ਕਾਰਵਾਈ ਕੋਈ ਨਹੀਂ ਕੀਤੀ। ਸੋ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਭੂਮਿਕਾ ਦੇ ਉੱਤੇ ਵੀ ਮੈਨੂੰ ਲੱਗਦਾ ਹੈ ਇਹਦੇ ਨਾਲ ਸਵਾਲ ਤਾਂ ਉੱਠਦੇ ਹੈ। ਇਹ ਦੇਖਦੇ ਹਾਂ ਕਿ ਇਸ ਸਰਕਾਰ 'ਚ ਹੁਣ ਦੇਖੋ, ਹੁਣ ਸਵਾਲ ਇਹ ਹੈ ਅਗਲਾ, ਹੁਣ ਵੱਡੀ ਜਿਹੜੀ ਗੱਲ ਹੈ, ਮੈਨੂੰ ਤਾਂ ਇਹ ਲੱਗਦਾ ਕਿ ਵਿਜੀਲੈਂਸ ਬਿਊਰੋ ਨੂੰ ਇਹ ਵੀ ਪੁੱਛ ਲੈਣਾ ਚਾਹੀਦਾ ਭਗਵੰਤ ਮਾਨ ਨੂੰ ਵੀ ਕੀ ਕੈਪਟਨ ਅਮਰਿੰਦਰ ਨੂੰ ਜਿਹੜੀਆਂ ਚਿੱਟੀਆਂ ਅਸੀਂ ਦਿੱਤੀਆਂ, ਸਫੇਦ ਚਿੱਟਾਂ, ਕਲੀਨ ਚਿੱਟਾਂ, ਵੀ ਕੀ ਉਹ ਕਲੀਨ ਚਿੱਟਾਂ ਦੁਬਾਰਾ ਫਰੋਲੀਏ। ਮੈਂ ਤਾਂ ਕਹਿੰਦਾ ਸਿਟੀ ਸੈਂਟਰ ਘੁਟਾਲੇ ਸਮੇਤ ਉਹ ਸਾਰੀ ਕਲੀਨ ਚਿੱਟ ਦੁਬਾਰਾ ਚੈੱਕ ਕਰ ਲੈਣੀ ਚਾਹੀਦੀ ਹੈ। ਅਗਰ ਉਹ ਵਿਜੀਲੈਂਸ ਬਿਊਰੋ ਦੇ ਅਧਿਕਾਰ ਖੇਤਰ 'ਚ ਹੈ ਤਾਂ ਜ਼ਰੂਰ ਸਰਕਾਰ ਨੂੰ ਉਸ ਪਾਸੇ ਧਿਆਨ ਦੇਣ ਦੀ ਲੋੜ ਹੈ। ਇਹੀ ਸਾਰਾ ਜਿਹੜਾ ਹੈਗਾ ਇਹ ਸਰਜੀਕਲ ਸਟ੍ਰਾਈਕ, ਇਹਦਾ ਮੈਂ ਨਾਂ ਦਿੱਤਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਸਰਜੀਕਲ ਸਟ੍ਰਾਈਕ ਕਰਤਾ। ਸੋ ਡੱਲਾ ਜੀ, ਉੱਧਰ ਦਿੱਲੀ ਦੇ ਵਿੱਚ ਵੀ ਦੇਸ਼ ਭਰ ਤੋਂ ਕਾਂਗਰਸ ਦੇ MLA ਤੇ MP ਇਕੱਠੇ ਹੋ ਰਹੇ ਨੇ, ਕੀ ਕਰਨ ਜਾ ਰਹੀ ਹੈ ਕਾਂਗਰਸ? ਦੇਖੋ, ਕਾਂਗਰਸ ਕਿਉਂਕਿ ਰਾਹੁਲ ਗਾਂਧੀ ਨੂੰ ਲਗਾਤਾਰ ED ਹੈ ਜਿਹੜੀ ਉਹ ਸਿਆਸੀ ਮੈਦਾਨੀ 'ਚ ਰਿੜਕ ਰਹੀ ਹੈ, ਉਹਨਾਂ ਦੇ ਮਾਮਲੇ 'ਚ ਪੁੱਛਗਿੱਛ ਲਗਾਤਾਰ ਹੋ ਰਹੀ ਹੈ। 51 ਘੰਟਿਆਂ ਤੋਂ ਵੱਧ ਪੁੱਛਗਿੱਛ ਹੋ ਗਈ। ਕਾਂਗਰਸ ਦੇ ਕਈ MP, ਕਈ ਵਿਧਾਇਕ, ਲਗਭਗ ਸਾਰੇ ਵਿਧਾਇਕ ਤੇ ਸਾਰੇ MP ਤਾਂ ਸਾਦੀ ਲਏ ਗਏ ਨੇ ਵੀ ਤੁਸੀਂ ਦਿੱਲੀ ਆ ਜਾਓ ਭਾਈ, ਉੱਥੇ ਅਗਲੀ ਰਣਨੀਤੀ ਬਣਨੀ ਹੈ। ਹੁਣ ਮਨਦੀਪ ਜੀ, ਇਹਦੇ ਵਿੱਚ ਕੀ ਹੈ ਕਿ 23 ਤਰੀਕ ਨੂੰ ਸੋਨੀਆ ਗਾਂਧੀ ਨੂੰ ਵੀ ਉਹਨਾਂ ਨੇ ਪੁੱਛਿਆ, ਸੱਦਿਆ ਸੀ ED ਨੇ ਵੀ ਤੁਸੀਂ ਪੇਸ਼ ਹੋ। ਪਹਿਲਾਂ 8 ਜੂਨ ਨੂੰ ਸੱਦਿਆ ਸੀ। ਬੀਬੀ ਸੋਨੀਆ ਗਾਂਧੀ ਨੂੰ ਕੋਵਿਡ ਹੋ ਗਿਆ ਸੀ, ਉਹ ਹਸਪਤਾਲ 'ਚ ਦਾਖਲ ਰਹੇ। ਉਹਨਾਂ ਨੂੰ ਕਾਫੀ ਜ਼ਿਆਦਾ ਜਟਿਲਤਾਵਾਂ ਆਈਆਂ ਕੋਵਿਡ ਦੀਆਂ। ਹੁਣ ਉਹ ਛੁੱਟੀ ਤਾਂ ਉਹਨਾਂ ਨੂੰ ਮਿਲ ਗਈ, ਪਰ ਹਜੇ ਵੀ ਉਹ ਮੁਕੰਮਲ ਤੌਰ 'ਤੇ ਠੀਕ ਨਹੀਂ। ਸੋ ਉਹਨਾਂ ਨੇ ਆਪਣੇ ਵਕੀਲਾਂ ਦੇ ਜ਼ਰੀਏ ਫਿਰ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਚਿੱਠੀ ਭੇਜੀ ਹੈ ਵੀ ਤੁਸੀਂ ਹੋਰ ਅੱਗੇ ਦਾ ਮੈਨੂੰ ਸਮਾਂ ਦਿਓ, ਕਿਉਂਕਿ ਹਜੇ ਮੇਰੀ ਸਿਹਤ ਹੈ ਜਿਹੜੀ ਉਹ ਡਾਕਟਰੀ ਤੌਰ ਦੇ ਉੱਤੇ ਠੀਕ ਨਹੀਂ ਹੈ। ਸੋ ਬੀਬੀ ਸੋਨੀਆ ਗਾਂਧੀ ਨੂੰ ਤਾਂ ਨਿਸ਼ਚਿਤ ਤੌਰ ਦੇ ਉੱਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਮਾਂ ਦੇ ਦੇਣਾ ਮੈਨੂੰ ਲੱਗਦਾ, ਪਰ ਰਾਹੁਲ ਗਾਂਧੀ ਨੂੰ ਬਾਰ-ਬਾਰ ਸੱਦਦੇ ਨੇ। ਤੇ ਜਿਹੜੇ ਕਾਂਗਰਸ ਦੇ ਲੀਡਰ ਨੇ ਦੇਸ਼ ਭਰ ਦੇ ਵਿੱਚ, ਜਿਹੜੇ ਬਹੁਤੇ ਜ਼ਿਆਦਾ ਸਰਗਰਮ ਨਹੀਂ ਸੀ ਦਿਖਦੇ ਪਿਛਲੇ ਸਮਿਆਂ ਦੇ ਵਿੱਚ ਮਨਦੀਪ ਜੀ, ਉਹ ਸਾਰੇ ਸਰਗਰਮ ਹੋ ਗਏ। ਹੁਣ ਤੁਸੀਂ ਦੇਖਦੇ ਹੋ ਦਿੱਲੀ ਦੀਆਂ ਸੜਕਾਂ 'ਤੇ ਫਿਰ ਅੰਦੋਲਨ, ਪ੍ਰੋਟੈਸਟ, ਕਾਂਗਰਸੀਆਂ ਦੇ ਉੱਤੇ ਪੁਲਿਸ ਜਿਹੜੀ ਹੈ ਉਹਨਾਂ ਨੂੰ ਫੜ-ਫੜ ਗੱਡੀਆਂ 'ਚ ਬਿਠਾਉਂਦੀ ਹੈ। ਕੱਲ੍ਹ ਅਸੀਂ ਦੇਖਿਆ ਇੱਕ ਕਾਂਗਰਸ ਦੀ ਬੀਬੀ, ਉਹ ਇੰਨੇ ਜ਼ਿਆਦਾ ਗੁੱਸੇ 'ਚ ਆ ਗਏ ਜਦੋਂ ਉਹਨਾਂ ਨੂੰ ਗੱਡੀ 'ਚ ਪੁਲਿਸ ਵਾਲੀ 'ਚ ਚਾੜਿਆ ਗਿਆ, ਉੱਥੋਂ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਉਹਨਾਂ ਨੇ ਗੱਡੀ 'ਚ ਤਾਕੀ 'ਚ ਖੜਿਆਂ ਨੇ ਥੁੱਕ ਹੀ ਸੁੱਟਤਾ। ਸੋ ਕਾਂਗਰਸ ਹੈ ਜਿਹੜੀ ਉਹ ਬਹੁਤ ਜ਼ਿਆਦਾ ਗੁੱਸੇ 'ਚ ਹੈ ਇਸ ਵਕਤ ਕਿ ਤੁਸੀਂ ਬਾਰ-ਬਾਰ ਰਾਹੁਲ ਗਾਂਧੀ ਤੋਂ ਪੁੱਛਗਿੱਛ ਕਰਦੇ ਹੋ। ਪੰਜਾਬ ਵਾਲੇ ਕਈ MP ਵੀ ਉੱਥੇ ਪਹੁੰਚੇ, ਗੁਰਜੀਤ ਔਜਲਾ ਪਹੁੰਚੇ, ਅਮਰ ਸਿੰਘ ਪਹੁੰਚੇ, ਡਿੰਪਾ ਸਾਹਿਬ ਪਹੁੰਚੇ। ਇਹ ਸਾਰੇ ਕਹਿੰਦੇ ਵੀ ਰਾਹੁਲ ਗਾਂਧੀ 'ਤੇ ਇਹ ਬਦਲੇ ਦੀ ਕਾਰਵਾਈ ਹੋ ਰਹੀ ਹੈ, ED ਜਾਣਬੁੱਝ ਕੇ ਤੰਗ ਪਰੇਸ਼ਾਨ ਕਰ ਰਹੀ ਹੈ। ਪਰ ਇਸ ਬਹਾਨੇ ਕਾਂਗਰਸ ਸਰਗਰਮ ਹੋ ਗਈ ਮਨਦੀਪ ਜੀ, ਕਾਂਗਰਸ ਸਰਗਰਮ ਹੋ ਗਈ। ਜਿਵੇਂ ਸਰਦੀਆਂ 'ਚ ਇਨਵਰਟਰ ਜ਼ਿਆਦਾ ਵਰਤਿਆ ਨਹੀਂ ਜਾਂਦਾ ਕਿਉਂਕਿ ਬੱਤੀ ਹੀ ਨਹੀਂ ਜਾਂਦੀ, ਤੇ ਗਰਮੀਆਂ 'ਚ ਪਤਾ ਲੱਗਦਾ ਵੀ ਇਨਵਰਟਰ ਦੀ ਬੈਟਰੀ 'ਚ ਜ਼ੋਰ ਕਿੰਨਾ ਕੁ ਹੈ, ਲਾਈਟ ਜਾਣ ਤੋਂ ਕਿੰਨੀ ਕੁ ਦੇਰ ਚੱਲਦੀ ਹੈ। ਆਹ ਦੇਖੋ, ਭਗਵੰਤ ਮਾਨ ਦੀ ਸਰਕਾਰ ਆਈ ਹੁਣ, ਜਾਂ ਪਹਿਲਾਂ ਪਿੱਛੇ ਚਰਨਜੀਤ ਚੰਨੀ ਸੀ, ਇਹਨਾਂ ਦੋਨਾਂ ਵੇਲੇ ਵੀ ਸਾਨੂੰ ਪਤਾ ਲੱਗ ਗਿਆ ਸੀ ਵੀ ਸਾਡੇ ਘਰ ਦੇ ਇਨਵਰਟਰਾਂ ਦੀ ਬੈਟਰੀ 'ਚ ਤਾਕਤ ਕਿੰਨੀ ਕੁ ਹੈ, ਕਿਉਂਕਿ 5-5, 6-6 ਘੰਟੇ ਦੇ ਕੱਟ ਤਾਂ ਆਮ ਹੀ ਲੱਗ ਜਾਂਦੇ ਆ। ਸੋ ਇਸ ਕਰਕੇ ਹੁਣ ਕਾਂਗਰਸ ਨੂੰ ਵੀ ਉਹਨਾਂ ਦੀ ਪ੍ਰਦਰਸ਼ਨ ਕਰਨ ਦੀ ਸਮਰੱਥਾ ਦਾ, ਤਾਕਤ ਦਾ ਅੰਦਾਜ਼ਾ ਲੱਗ ਰਿਹਾ ਹੋਣਾ ਜਦੋਂ ਰਾਹੁਲ ਗਾਂਧੀ ਨੂੰ ਬਾਰ-ਬਾਰ ਪੁੱਛਗਿੱਛ ਦੇ ਲਈ ਸੱਦਿਆ ਜਾਂਦਾ। ਪਰ ਮੈਂ ਤੁਹਾਨੂੰ ਇਹ ਵੀ ਦੱਸਦਾ, ਹੁਣ ਅੱਜ ਕੱਲ੍ਹ ED ਦੀ ਵਰਤੋਂ ਇਸ ਤਰੀਕੇ ਨਾਲ ਹੁੰਦੀ ਹੈ, ਇਲਜ਼ਾਮ ਲੱਗਦੇ ਆ। ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਕਹਿੰਦੇ CBI ਨੂੰ ਇਸੇ ਤਰ੍ਹਾਂ ਵਰਤਿਆ ਜਾਂਦਾ ਸੀ। ਫਿਰ ਪਿਛਲੇ ਸਮਿਆਂ ਦੇ ਵਿੱਚ CBI ਨੂੰ ਤੋਤਾ ਵੀ ਕਿਹਾ ਸੀ ਸੁਪਰੀਮ ਕੋਰਟ ਨੇ। ਪਰ ਜਦੋਂ ਕਾਂਗਰਸ ਦੀ ਸੱਤਾ ਸੀ, ਭਾਵੇਂ ਮਨਮੋਹਨ ਸਿੰਘ 10 ਸਾਲ ਪ੍ਰਧਾਨ ਮੰਤਰੀ ਰਹੇ, ਉਦੋਂ ਇਲਜ਼ਾਮ ਇਹ ਵੀ ਲੱਗਦੇ ਰਹੇ ਆ। ਦੇਖੋ, ਮਨਮੋਹਨ ਸਿੰਘ ਤਾਂ ਬਹੁਤ ਹੀ ਜਿਹੜੇ ਨੇ ਸੱਜਣ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਨੇ, ਪਰ ਜਿਹੜੇ ਬਾਕੀ ਮੰਤਰੀ ਹੁੰਦੇ ਸੀ ਕਹਿੰਦੇ ਉਹ ਵੀ ED ਦੇ ਜਿਹੜੇ CBI ਹੈ, CBI ਦੇ ਅਫਸਰਾਂ ਨੂੰ ਦਬਾਅ ਪਾ ਕੇ ਕਿਤੇ ਨਾ ਕਿਤੇ ਅਜਿਹੀਆਂ ਕਾਰਵਾਈਆਂ ਕਰਾ ਲੈਂਦੇ ਸੀ ਜਿੱਥੇ ਉਹਨਾਂ ਨੂੰ ਲੋੜ ਹੁੰਦੀ ਸੀ ਦਬਾਅ ਬਣਾਉਣ ਦੀ। ਸੋ CBI ਦੀ ਦੁਰਵਰਤੋਂ ਦੇ ਇਲਜ਼ਾਮ ਕਾਂਗਰਸ 'ਤੇ ਵੀ ਲੱਗੇ ਸੀ। ਪਰ ਇਹ ਵਕਤ ਦਾ ਚੱਕਾ ਹੈ, ਇਹ ਵਕਤ ਦਾ ਚੱਕਾ ਘੁੰਮਦਾ, ਕਦੀ ਕਿਸੇ ਦਾ ਦਾਅ ਲੱਗਦਾ, ਕਦੀ ਕਿਸੇ ਦਾ ਦਾਅ ਲੱਗਦਾ, ਪਰ ਦੁਰਵਰਤੋਂ ਏਜੰਸੀਆਂ ਦੀ ਇਸ ਤਰ੍ਹਾਂ ਹੋਣੀ ਨਹੀਂ ਚਾਹੀਦੀ ਮਨਦੀਪ ਜੀ। ਡੱਲਾ ਜੀ, ਕੱਲ੍ਹ ਸੰਗਰੂਰ ਜ਼ਿਮਨੀ ਚੋਣ ਤੋਂ ਪਹਿਲਾਂ ਇੱਕ ਵਾਰੀ ਉੱਥੋਂ ਦੀ ਪੂਰੀ ਮੁਕੰਮਲ ਰਿਪੋਰਟ ਹੈ ਜਿਹੜੀ ਉਹ ਵੀ ਜ਼ਰੂਰ ਸਾਂਝੀ ਕਰੋ। ਦੇਖੋ, ਸੰਗਰੂਰ ਦੀ ਮੁਕੰਮਲ ਰਿਪੋਰਟ ਤਾਂ ਹੁਣ ਲੋਕਾਂ ਦੀਆਂ ਉਂਗਲਾਂ 'ਤੇ ਪਈ ਹੈ ਮਨਦੀਪ ਜੀ। ਸਾਰੇ ਲੋਕਾਂ ਨੂੰ ਪਤਾ ਕਿਹੜੇ-ਕਿਹੜੇ ਉਮੀਦਵਾਰ ਖੜ੍ਹੇ ਆ। 5 ਉਮੀਦਵਾਰ ਮੁੱਖ ਤੌਰ 'ਤੇ ਟੱਕਰ 'ਚ ਮੰਨੇ ਜਾਂਦੇ ਨੇ ਕਿਉਂਕਿ ਇਹ ਮੀਡੀਆ 'ਚ ਬੜੇ ਚਰਚਿਤ ਰਹੇ। ਗੁਰਮੇਲ ਸਿੰਘ ਘਰਾਂਚੋ ਆਮ ਆਦਮੀ ਪਾਰਟੀ, 2 ਨੰਬਰ 'ਤੇ ਸਿਮਰਨਜੀਤ ਸਿੰਘ ਮਾਨ, 3 ਨੰਬਰ 'ਤੇ ਕੇਵਲ ਸਿੰਘ ਢਿੱਲੋਂ ਕਹਿ ਲਓ, 2 ਵਾਰ ਦੇ ਉੱਥੋਂ MLA ਰਹੇ ਬਰਨਾਲੇ ਦੇ। 4ਥੇ ਨੰਬਰ 'ਤੇ ਕਾਂਗਰਸ ਕਹਿ ਲਓ ਦਲਬੀਰ ਸਿੰਘ ਗੋਲਡੀ।
5ਵੇਂ ਨੰਬਰ ਤੇ ਅਕਾਲੀ ਦਲ ਕਹਿ ਲਓ, ਬੀਬੀ ਕਮਲਦੀਪ ਕੌਰ ਜਿਹੜੇ ਕਿ ਬਲਵੰਤ ਸਿੰਘ ਰਾਜੋਆਣਾ ਦੇ ਭੈਣ ਨੇ। ਇਹ 5 ਧਿਰਾਂ ਤਾਂ ਮੁੱਖ ਨੇ। ਹੁਣ ਇੱਥੇ ਹੋਣਾ ਕੀ ਆ ਸੰਗਰੂਰ 'ਚ 2 ਤਰ੍ਹਾਂ ਦੇ ਟੈਸਟ ਨੇ ਜੋ ਭਗਵੰਤ ਮਾਨ ਦੇ ਬਿਆਨਾਂ ਤੋਂ ਨਜ਼ਰ ਆਉਂਦਾ ਸੀ। 3 ਮਹੀਨੇ ਦੀ ਕਾਰਗੁਜ਼ਾਰੀ ਤੋਂ ਕੀ ਲੋਕ ਖੁਸ਼ ਨੇ? ਕੀ ਸਿੱਧੂ ਮੂਸੇਵਾਲੇ ਦੇ ਜਾਣ ਤੋਂ, ਦੀਪ ਸਿੱਧੂ ਦੇ ਜਾਣ ਤੋਂ ਬਾਅਦ ਜਿਹੜਾ ਨੌਜਵਾਨ ਹੈ ਉਹ ਸਿਮਰਨਜੀਤ ਸਿੰਘ ਮਾਨ ਦੇ ਨਾਲ ਖੜਾ ਹੈ? ਕੀ ਕਾਂਗਰਸ ਨੇ ਆਪਣੀਆਂ ਗਲਤੀਆਂ ਤੋਂ, ਪੁਰਾਣੀਆਂ ਤੋਂ ਕੋਈ ਸਬਕ ਸਿੱਖਿਆ ਸੀ? ਕਾਂਗਰਸ ਤਾਂ ਖੈਰ ਬਹੁਤਾ ਪ੍ਰਚਾਰ ਵੀ ਨਹੀਂ ਕਰ ਪਾਈ, ਉਹ ਤਾਂ ਦਿੱਲੀ ਵੱਲ ਨੂੰ ਹੀ ਉਲਝੇ ਰਹਿ ਗਏ। ਨਾ ਰਾਹੁਲ ਗਾਂਧੀ ਆ ਸਕਿਆ, ਨਾ ਪ੍ਰਿੰਕਾ ਗਾਂਧੀ ਆ ਸਕੇ। ਸੁਖਬੀਰ ਬਾਦਲ ਨੇ ਬਹੁਤ ਉੱਥੇ ਜ਼ੋਰ ਲਾਇਆ, ਲੇਕਿਨ ਸੁਖਬੀਰ ਦਾ ਤੇ ਸਿਮਰਨਜੀਤ ਸਿੰਘ ਮਾਨ ਦਾ ਆਪਸ 'ਚ ਜਿਹੜਾ ਪੇਚਾ ਉਹ ਲੋਟ ਨਹੀਂ ਆਇਆ। ਦੋਨਾਂ ਨੇ ਇੱਕ ਦੂਜੇ ਦੇ ਖਿਲਾਫ ਬਹੁਤਾ ਜ਼ਿਆਦਾ, ਦੋਨਾਂ ਦਾ ਇੱਕ ਦੂਜੇ ਦੇ ਖਿਲਾਫ ਨੇੜਤਾ ਬਣੀ ਨਹੀਂ ਇਹਨਾਂ ਚੋਣਾਂ ਦੇ ਵਿੱਚ। ਦੇਖੋ ਉੱਥੇ 15,69,240 ਵੋਟਰ ਨੇ, ਮੈਂ ਕੱਢ ਕੇ ਲਿਆ ਸੀ ਅੰਕੜਾ, 15,69,240 ਔਰ 5 ਉਮੀਦਵਾਰ ਨੇ। ਸੋ 8,30,000 ਉੱਥੇ ਮਰਦ ਵੋਟਰ ਨੇ, 7,39,140 ਸਾਡੀਆਂ ਬੀਬੀਆਂ ਵੋਟਰ ਨੇ। ਹੁਣ ਫੈਸਲਾ ਕਰਨਾ 7,39,140 ਬੀਬੀਆਂ ਨੇ। ਕੀ ਬੀਬੀਆਂ ਇਸ ਗੱਲ ਤੋਂ ਨਾਰਾਜ਼ ਤਾਂ ਨਹੀਂ ਹੋਣਗੀਆਂ ਵੀ ਸਾਡੇ ਖਾਤਿਆਂ 'ਚ 1000 ਰੁਪਇਆ ਨਹੀਂ ਆਇਆ? ਜੇ ਤਾਂ ਬੀਬੀਆਂ ਇਹ ਸਮਝ ਗਈਆਂ ਵੀ ਸਰਕਾਰ ਹੌਲੀ ਹੌਲੀ ਕਰੂਗੀ, ਸਰਕਾਰ ਯਤਨ ਕਰਨ ਲੱਗੀ ਹੋਈ ਹੈ, ਫਿਰ ਤਾਂ ਕੰਮ ਚੱਲ ਜੂਗਾ। ਫਿਰ ਇੱਥੋਂ ਗੱਲ ਨਿਕਲੀ, ਅਗਲੀ ਗੱਲ ਆ ਗਈ, ਕੀ ਬੀਬੀਆਂ ਇਹ ਮੰਨ ਲੈਣਗੀਆਂ ਵੀ ਠੀਕ ਹੈ 300 ਯੂਨਿਟ ਜਿਹੜੇ ਬਿਜਲੀ ਦੇ ਮੁਫਤ ਕੀਤੇ ਹੈ ਇਹ ਸਾਨੂੰ ਮਨਜ਼ੂਰ ਹੈ, ਵੀ ਜੇ 300 ਤੋਂ ਵੱਧ ਫੂਕਿਆ ਤਾਂ ਸਾਰੇ ਦਾ ਬਿੱਲ ਦੇਣ ਨੂੰ ਅਸੀਂ ਤਿਆਰ ਹਾਂ? ਇਹ ਦੂਸਰਾ ਮੁੱਦਾ ਹੈ। ਤੀਸਰਾ ਮੁੱਦਾ ਪੈਨਸ਼ਨਾਂ ਦਾ। ਚੌਥਾ ਸ਼ਰਾਬ ਵਾਲਾ, ਕਹਿੰਦੇ ਸ਼ਰਾਬ ਸਸਤੀ ਹੋ ਜਾਣੀ ਹੈ 1 ਜੁਲਾਈ ਤੋਂ। ਕੀ ਬੀਬੀਆਂ ਇਸ ਗੱਲ ਦਾ ਬੁਰਾ ਤਾਂ ਨਹੀਂ ਮਨਾ ਜਾਣਗੀਆਂ? ਕਿਉਂਕਿ ਪੰਜਾਬ ਦੇ ਵਿੱਚ ਔਰਤਾਂ ਸ਼ਰਾਬ ਦੇ ਧੁਰ ਵਿਰੋਧੀ ਨੇ ਤੇ ਪੀਣ ਵਾਲੇ ਨੇ ਜਿਹੜੇ ਉਹ ਆਪਣੇ ਆਪਣੇ ਤਰਕ ਦਿੰਦੇ ਨੇ। ਐਂ ਤਾਂ ਸਾਡੇ ਇੱਕ ਸਾਬਕਾ ਮੰਤਰੀ ਵੀ ਸੀ, ਉਹ ਹਾਰ ਗਏ ਸੀ, ਮੁੜ ਕੇ ਉਹ ਕਹਿੰਦੇ ਸੀ ਮੈਂ ਸ਼ਰਾਬ ਨੂੰ ਨਸ਼ਾ ਮੰਨਦਾ ਹੀ ਨਹੀਂ। ਉਹ ਪਤਾ ਨਹੀਂ ਫਿਰ ਕੀ ਮੰਨਦੇ ਸੀ। ਸੋ ਇਸ ਕਰਕੇ ਇਹੋ ਜਿਹੀਆਂ ਕਈ ਤਰ੍ਹਾਂ ਦੀਆਂ ਉਦਾਹਰਨਾਂ ਨੇ ਜਿਹੜੀਆਂ ਆਉਂਦੀਆਂ ਨੇ। ਪਰ 7,39,140 ਔਰਤਾਂ ਫੈਸਲਾ ਕੁਨ ਸਾਬਤ ਹੋਣਗੀਆਂ ਇਸ ਜ਼ਿਮਨੀ ਚੋਣ 'ਤੇ, ਔਰ ਮੁਕਾਬਲਾ ਸਖਤ ਹੈ। ਹੁਣ 23 ਤਰੀਕ ਨੂੰ ਵੋਟਾਂ ਪੈ ਕੇ 26 ਨੂੰ ਨਤੀਜਾ ਆ ਜਾਣਾ। ਭਗਵੰਤ ਮਾਨ ਦੀ ਕਾਰਗੁਜ਼ਾਰੀ 3 ਮਹੀਨਿਆਂ ਦੀ ਕਿਹੋ ਜਿਹੀ ਰਹੀ, ਲੋਕ ਕਿਵੇਂ ਤੋਲਦੇ ਨੇ, ਇਹ ਬਹੁਤ ਅਹਿਮੀਅਤ ਵਾਲਾ ਉੱਥੇ ਮੁੱਦਾ ਰਹੂਗਾ ਮਨਦੀਪ ਜੀ। ਪਰ ਮੈਂ ਤੁਹਾਨੂੰ ਇਹ ਜ਼ਰੂਰ ਕਹਿ ਦਿੰਦਾ, ਪਿਛਲੀ ਵਾਰੀ 2 ਵਾਰੀ ਭਗਵੰਤ ਮਾਨ ਜਿੱਤੇ, ਭਗਵੰਤ ਮਾਨ ਉਮੀਦਵਾਰ ਸੀ, ਇਸ ਵਾਰ ਭਗਵੰਤ ਮਾਨ ਉਮੀਦਵਾਰ ਨਹੀਂ ਹੈ। ਇਹ ਬਹੁਤ ਵੱਡੀ ਗੱਲ ਹੈ। ਔਰ ਇਸ ਵਾਰ ਭਗਵੰਤ ਮਾਨ, ਸਿਮਰਨਜੀਤ ਸਿੰਘ ਮਾਨ, ਕੇਵਲ ਸਿੰਘ ਢਿੱਲੋਂ, ਦਲਬੀਰ ਸਿੰਘ ਗੋਲਡੀ ਤੇ ਬੀਬੀ ਕਮਲਦੀਪ ਕੌਰ ਰਾਜੋਆਣਾ, ਇਹ 5 ਮੁੱਖ ਟੱਕਰ 'ਚ ਮੰਨੇ ਜਾਂਦੇ ਨੇ। ਬਾਕੀ ਦੇਖਦੇ ਹਾਂ 26 ਤਰੀਕ ਨੂੰ, ਪਰ ਵੱਡਾ ਉਲਟ ਫੇਰ ਵੀ ਹੋ ਸਕਦਾ। ਸੰਗਰੂਰ ਹਮੇਸ਼ਾ ਉਲਟ ਫੇਰ ਲਈ ਜਾਣਿਆ ਜਾਂਦਾ ਹੈ। ਸੋ ਡੱਲਾ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਇਹਨਾਂ ਅਹਿਮ ਸਵਾਲਾਂ ਦੇ ਉੱਪਰ ਪੜਤਾਲ ਕੀਤੀ ਹੈ। ਸੋ ਦਰਸ਼ਕਾਂ ਤੋਂ ਵੀ ਆਪਾਂ ਇਜਾਜ਼ਤ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮਨਦੀਪ ਜੀ, ਬਹੁਤ ਧੰਨਵਾਦ।